ਸਾਧ ਸੰਗਤ ਜੀ, ਆਪਾਂ ਵਿਆਹ ਕਰਵਾਉਨੇ ਆ ਸੁੱਖ ਵਾਸਤੇ, ਬੱਚੇ ਪੈਦਾ ਕਰਦੇ ਆ ਸੁੱਖ ਵਾਸਤੇ, ਅੱਗੋਂ ਬੱਚਿਆਂ ਦੇ ਵਿਆਹ ਕਰਦੇ ਆ ਸੁੱਖ ਵਾਸਤੇ, ਧਨ ਕਮਾਉਨੇ ਆ ਸੁੱਖ ਵਾਸਤੇ। ਅਤੇ ਸਿਰੇ ਦੀ ਗੱਲ ਹੈ, ਕੋਈ ਵੀ ਕਾਰਜ ਕਰਦੇ ਆ ਉਹ ਕਰਦੇ ਆ ਸੁੱਖ ਵਾਸਤੇ। ਸੁੱਖ ਸਾਨੂੰ ਫੇਰ ਵੀ ਨਹੀਂ ਮਿਲਦਾ ਜਾਂ ਬਹੁਤ ਘੱਟ ਮਿਲਦਾ। ਉਹਦੇ ਪਿੱਛੇ ਜਿਹੜੇ ਕਾਰਨ ਨੇ, ਜੇ ਆਪਾਂ ਉਹਨਾਂ ਕਾਰਨਾਂ ਨੂੰ ਵਿਚਾਰ ਲਈਏ ਤਾਂ ਆਪਾਂ ਉਸੇ ਮਿਲੇ ਹੋਏ ਸੁੱਖ ਤੋਂ ਬਹੁਤੇ ਸੁਖੀ ਹੋ ਸਕਦੇ ਹਾਂ। ਉਸੇ ਲੱਖ ਰੁਪਈਏ ਨਾਲ ਆਪਾਂ ਬਹੁਤੇ ਸੁਖੀ ਹੋ ਸਕਦੇ ਹਾਂ। ਉਹਨਾਂ ਹੀ 3-4 ਬੱਚਿਆਂ ਨਾਲ, 2 ਮੁੰਡੇ 2 ਕੁੜੀਆਂ ਨਾਲ ਆਪਾਂ ਬਹੁਤਾ ਸੁਖੀ ਹੋ ਸਕਦੇ ਹਾਂ, ਜੇ ਆਪਾਂ ਵਿਚਾਰਵਾਨ ਬਣ ਜਾਈਏ ਆਪਣੇ ਗੁਰੂ ਕਾ ਬਚਨ ਮੰਨ ਕੇ। ਬਾਣੀ ਵਿੱਚ ਸਾਨੂੰ ਸਿੱਖ ਨੂੰ ਪਰਮਹੰਸ ਲਿਖਿਆ ਭਾਈ ਗੁਰਦਾਸ ਜੀ ਨੇ, ਤੇ ਹੰਸ ਤੋਂ ਉੱਪਰ ਪਰਮਹੰਸ ਕਿ ਵਿਚਾਰਵਾਨ। ਹੰਸ ਕੌਣ ਹੈ? ਜਿਹੜਾ ਮਾਨ ਸਰੋਵਰ ਤੇ ਰਹਿੰਦਾ, ਉੱਥੇ ਮੋਤੀ ਚੁਗਦਾ, ਡੱਡੀਆਂ ਮੱਛੀਆਂ ਨਹੀਂ ਖਾਂਦਾ, ਭਾਵ ਮਾੜੀਆਂ ਚੀਜ਼ਾਂ ਨਹੀਂ ਲੈਂਦਾ ਤੇ ਚੰਗੀਆਂ ਚੀਜ਼ਾਂ ਲੈਂਦਾ। 2 ਚੀਜ਼ਾਂ ਨੂੰ ਪਰਖ ਕੇ ਉਹਨਾਂ ਚੋਂ ਚੰਗੀਆਂ ਲੈਂਦਾ। ਆਪਾਂ ਵੀ ਉਹ ਕੰਮ ਕਰੀਏ ਨਾ, ਆਪਾਂ ਵੀ ਸੁਖੀ ਹੋ ਜਾਵਾਂਗੇ। ਉਹਦੇ ਵਾਸਤੇ ਵਿਚਾਰਵਾਨ ਬਣੀਏ, ਖਰੀ ਤੇ ਖੋਟੀ ਚੀਜ਼ ਨੂੰ ਪਰਖੀਏ ਔਰ ਭਾਣਾ ਮੰਨਣ ਦੀ ਆਦਤ ਪਾਈਏ। ਭਾਣੇ ਤੋਂ ਭਾਵ ਇਹ ਨਹੀਂ ਕਿ ਮੈਨੂੰ ਕੋਈ ਕੁੱਟੀ ਜਾਏ ਤੇ ਮੈਂ ਆਖਾਂ ਇਹ ਤੇ ਭਾਣਾ ਹੀ ਹੈ, ਨਹੀਂ। ਜਦੋਂ ਸਾਰੇ ਯਤਨ ਕਰਕੇ ਕੋਈ ਪੇਸ਼ ਨਹੀਂ ਜਾਂਦੀ ਫਿਰ ਠੀਕ ਹੈ ਜੀ, ਇਹ ਤੇ ਪ੍ਰਭੂ ਦਾ ਭਾਣਾ, ਮੇਰੀ ਵੱਸ ਤੋਂ ਗੱਲ ਅੱਗੇ ਹੈ। ਫਿਰ ਆਪਣੇ ਮਨ ਨੂੰ ਸੁਖੀ ਕਰ ਲਈ। ਜਿਵੇਂ ਕੋਈ ਸਰੀਰ ਸਾਡੇ ਵਿੱਚੋਂ ਚੜ੍ਹਾਈ ਕਰ ਜਾਂਦਾ, ਆਪਾਂ ਕਹਿੰਦੇ ਆ ਨਾ ਇਹ ਭਾਣਾ ਹੈ। ਭਾਣੇ ਦਾ ਮਤਲਬ ਹੈਗਾ ਕਿ ਪ੍ਰਕਿਰਤੀ ਦਾ ਨੇਮ ਹੈ, ਜਾਂ ਮੇਰੇ ਤੋਂ, ਮੇਰੇ ਵੱਸ ਤੋਂ, ਮੇਰੀ ਸ਼ਕਤੀ ਤੋਂ ਅੱਗੇ ਦੀ ਗੱਲ। ਉਹ ਮੇਰੇ ਲੇਖ ਲਿਖੇ ਨੇ, ਮੇਰੀ ਕਿਸਮਤ ਹੈ, ਉਹ ਭਾਣਾ ਹੈ ਪ੍ਰਭੂ ਦਾ। ਆਪਣੇ ਮਨ ਨੂੰ ਉੱਥੇ ਆ ਕੇ ਸੁਖੀ ਕਰਨਾ। ਇਹ ਨਹੀਂ ਗਾ ਕਿ ਯਤਨ ਕਰਨਾ ਹੀ ਨਹੀਂ। ਗਰਾਈ ਤਾਂ ਪ੍ਰਸ਼ਾਦੇ ਨਾਲੋਂ ਤੋੜ ਕੇ ਮੂੰਹ 'ਚ ਪਾਉਣੀ ਪੈਣੀ ਹੈ, ਫਿਰ ਚਿੱਥਣੀ ਵੀ ਪੈਣੀ ਹੈ, ਅੰਦਰ ਵੀ ਲੰਘਾਉਣੀ ਪੈਣੀ ਹੈ। ਉਹ ਭਾਣੇ 'ਚ ਨਹੀਂ। ਭਾਣੇ 'ਚ ਤਾਂ ਉਹ ਗੱਲ ਹੈ ਕਿ ਜੇ ਮੈਨੂੰ ਪ੍ਰਸ਼ਾਦਾ ਨਹੀਂ ਮਿਲਦਾ ਕਿਸੇ ਤਰ੍ਹਾਂ, ਫਿਰ ਮਨ ਨੂੰ ਤਾਂ ਸਮਝਾਉਣਾ, ਯਤਨ ਫਿਰ ਵੀ ਕਰਨਾ, ਔਖੇ ਨਹੀਂ ਹੋਣਾ। ਸੋ ਉਹਦੇ ਵਾਸਤੇ ਆਪਾਂ ਨੂੰ ਕੁਛ ਪ੍ਰਕਿਰਤੀ ਦੇ ਨੇਮ ਪਹਿਲੋਂ ਆਪਾਂ ਨੂੰ ਪ੍ਰਵਾਨ ਕਰਨ ਦੀ ਲੋੜ ਹੈ ਕਿ ਪ੍ਰਕਿਰਤੀ ਦੇ ਨੇਮ ਆ ਨੇ, ਕੁਦਰਤ ਦੇ ਨਿਯਮ ਆ ਨੇ, ਸੰਸਾਰ ਦਾ ਚਲਨ ਆ ਹੈ ਔਰ ਸਾਡੇ ਸਮਾਜ ਦੇ ਵਿੱਚ ਇਹ ਚਲਨ ਹੈ। ਇਹਨਾਂ ਗੱਲਾਂ ਨੂੰ ਜੇ ਆਪਾਂ ਪ੍ਰਵਾਨ ਕਰ ਲਈਏ, ਜਿਵੇਂ ਆਪਾਂ ਇਹ ਪ੍ਰਵਾਨ ਕਰ ਲਿਆ ਹੋਇਆ ਕਿ 35-40 ਸਾਲ ਤੋਂ ਬਾਅਦ ਹੌਲੀ ਹੌਲੀ ਉਮਰ ਢਲਣੀ ਸ਼ੁਰੂ ਹੋ ਜਾਣੀ ਹੈ, 50 ਤੋਂ ਬਾਅਦ ਹੋਰ ਬੁਢਾਪੇ ਨੇ ਆਪਣਾ ਰੂਪ ਵਿਖਾਉਣਾ ਹੈ, ਫਿਰ ਅੱਗੋਂ 17 ਕਾ ਮਤਹੀਣ ਕਹਾਵੇ। ਇਸ ਤਰ੍ਹਾਂ ਕਰਕੇ ਆਪਾਂ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕਰ ਲਈਏ। ਕੁਛ ਹੱਦ ਤੱਕ ਆਪਾਂ ਕੀਤਾ ਹੋਇਆ, ਬਾਕੀ ਗੱਲਾਂ ਨੂੰ ਵੀ ਪ੍ਰਵਾਨ ਕਰ ਲਈਏ। ਸੋ ਇਹੋ ਹੀ ਗੱਲ ਆਪਣੇ ਬੱਚਿਆਂ ਦੇ ਵਿਆਹ ਸੰਬੰਧੀ ਆਪਾਂ ਨੂੰ ਪ੍ਰਵਾਨ ਕਰਨ ਦੀ ਲੋੜ ਹੈ। ਔਰ ਅਣਵਿਆਹੇ ਬੱਚਿਆਂ ਨੂੰ ਮੇਰੀ ਇਸ ਗੱਲ ਨੂੰ ਬਹੁਤ ਧਿਆਨ 'ਚ ਰੱਖਣ ਦੀ ਲੋੜ ਹੈ। ਵਿਆਹੀਆਂ ਹੋਈਆਂ ਸਾਡੀਆਂ ਧੀਆਂ ਨੂੰ ਆਪਣੀਆਂ ਭੈਣਾਂ ਵਾਸਤੇ, ਆਪਣੀਆਂ ਬੱਚੀਆਂ ਵਾਸਤੇ, ਆਪਣੇ ਰਿਸ਼ਤੇਦਾਰਾਂ ਵਾਸਤੇ ਇਹ ਗੱਲਾਂ ਬਹੁਤ ਧਿਆਨ 'ਚ ਰੱਖਣ ਦੀ ਲੋੜ ਹੈ, ਜਿਹੜੀ ਮੈਂ ਅੱਜ ਬੇਨਤੀ ਕਰਨ ਲੱਗਾ ਆਪ ਜੀ। ਬੇਨਤੀ ਇਹ ਹੈ ਕਿ ਆਪਾਂ ਬੱਚਿਆਂ ਨੂੰ ਵਿਆਹੁੰਦੇ ਆ ਕਿ ਬੱਚੇ ਸੁਖੀ ਰਹਿਣ। ਔਰ ਸਾਡੇ ਵਿੱਚ ਇੱਕ ਇਹ ਵੀ ਸਾਡੇ ਮਨ 'ਚ ਬੈਠੀ ਹੋਈ ਹੈ ਕਿ ਮੈਂ ਕੰਨਿਆ ਦਾਨ ਕਰਨਾ ਹੈ। ਕਿਸੇ ਸਮੇਂ ਕੋਈ ਪਰੰਪਰਾ ਬਣੀ ਹੋਏਗੀ, ਉਹ ਅਜੇ ਸਾਡੇ ਮਨ 'ਚ ਦ੍ਰਿੜ ਹੋਈ ਹੈ, ਨਿਕਲਦੀ ਨਹੀਂ ਪਈ। ਅੱਜ ਉਹਨੂੰ ਕੱਢਣ ਦੀ ਲੋੜ ਹੈ। ਕਿਉਂ ਕੰਨਿਆ ਦਾਨ ਕਿਉਂ ਕਰਨਾ? ਉਹ ਕੋਈ ਜ਼ਮੀਨ ਹੈ, ਕੋਈ ਕਿੱਲਾ ਜ਼ਮੀਨ ਦਾ ਜਿਹੜਾ ਦਾਨ ਕਰ ਦੇਣਾ, ਉਹ ਤੇ ਜਿਉਂਦੀ ਜਾਗਦੀ ਧੀ ਹੈ ਸਾਡੀ। ਉਹ ਦਾਨ ਕਰਨ ਵਾਲੀ ਗੱਲ ਨਹੀਂ ਕਰਨੀ ਬਿਲਕੁਲ। ਲੜਕੀ ਨੂੰ ਵਿਆਹੁਣਾ ਤੇ ਇਸ ਵਾਸਤੇ ਵਿਆਹੁਣਾ ਕਿ ਅਗਲਿਆਂ ਨੂੰ ਵੀ ਲੋੜ ਹੈ,
ਸਾਡੀ ਧੀ ਦੀ। ਇਹ ਨਹੀਂ ਕਿ ਅਸੀਂ ਉਹਨਾਂ ਦੇ ਪੈਰੀਂ ਡਿੱਗ ਕੇ ਆਖਣਾ ਹਾਂ ਹਾਂ ਮੇਰੀ ਕੁੜੀ ਦਾ ਰਿਸ਼ਤਾ ਲੈ ਲੈ, ਜਿਵੇਂ ਮਰਜ਼ੀ, ਜਿੰਨੇ ਲੱਖ ਆਖੇ ਉਹਨੇ ਲੱਖ ਹੀ ਭੇਟਾ ਕਰ ਦਿਆਂਗੇ। ਕਿਉਂ? ਉਹਨੂੰ ਨਹੀਂ ਮੁੰਡਾ ਵਿਆਹੁਣ ਦੀ ਲੋੜ ਹੈਗੀ, ਉਹਨਾਂ ਨੂੰ ਵੀ ਲੋੜ ਹੈ। ਨੀਵੇਂ ਨਹੀਂ ਹੋਣਾ, ਦੋਵਾਂ ਧਿਰਾਂ ਨੂੰ ਲੋੜ ਹੈ। ਕਿਉਂ ਨੀਵੇਂ ਹੋਣਾ? ਜੇ ਅਸੀਂ ਕੁੜੀਆਂ ਨਾਲ ਵਿਆਹਾਂਗੇ ਤਾਂ ਉਹਨਾਂ ਦੇ ਮੁੰਡੇ ਕਿੱਥੋਂ ਵਿਆਹੇ ਜਾਣਗੇ? ਆਕਾਸ਼ੋਂ ਕੋਈ ਨਹੀਂ ਪੱਛੜਾ ਡਿੱਗਣੀਆਂ ਉਹਨਾਂ ਦੇ ਵਾਸਤੇ। ਸਵੈ ਮਾਣ ਲਿਆਓ ਆਪਣੇ ਆਪ ਵਿੱਚ, ਨਹੀਂ ਐਵੇਂ ਨਹੀਂ ਨੀਵੇਂ ਹੋਣਾ। ਸੋ ਅਸੀਂ ਆਪਣੀ ਧੀ ਨੂੰ ਵਿਆਹੁਣਾ, ਧੀ ਨੂੰ ਵਿਆਹੁਣਾ। ਚਲੋ ਸੂਟ ਗਹਿਣੇ ਕੱਪੜੇ ਜੋ ਵੀ ਬਣਾਉਣਾ ਹੁੰਦਾ ਤੁਸੀਂ, ਉਹ ਤੇ ਆਪਣੇ ਥਾਪਾਂ ਕਰਦੇ। ਕੁਛ ਚੰਗੀਆਂ ਮਾਵਾਂ ਰਿਸ਼ਤੇਦਾਰ ਕੁਛ ਚੰਗੀ ਸਿੱਖਿਆ ਵੀ ਦਿੰਦੇ ਨੇ, ਪਰ ਬਹੁਤ ਹੱਦ ਤੱਕ ਜਿਹੜਾ ਉਹਨੂੰ ਵਿਆਹ ਦੇ ਨੇੜੇ ਜਾ ਕੇ 4 ਦਿਨ ਉਹਨੂੰ ਇੰਨੀ ਖੁਸ਼ੀ ਤੇ ਗੀਤ ਗਾ ਕੇ ਨੱਚ ਕੇ ਇਸ ਤਰ੍ਹਾਂ ਦਾ ਉਹਨੂੰ ਇੱਕ ਬਣਾ ਕੇ ਵਿਖਾ ਦਿੱਤਾ ਜਾਂਦਾ ਕਿ ਜਾਂਦਿਆਂ ਨੂੰ ਤੇਰੇ ਵਾਸਤੇ ਫੁੱਲਾਂ ਦੀ ਸੇਜ ਵਿਛੀ ਹੋਈ ਹੈ ਤੇ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਤੇਰੇ ਵਾਸਤੇ ਜਾਂਦਿਆਂ ਨੂੰ ਉੱਥੇ ਪਰਾਤ ਦੇ ਵਿੱਚ ਪਰੋਸੀਆਂ ਹੋਈਆਂ ਨੇ। ਸੁੱਖ ਹੀ ਸੁੱਖ ਮਿਲਣੇ ਨੇ ਤੈਨੂੰ, ਬੜਾ ਪਿਆਰ ਪਤੀ ਤੋਂ ਮਿਲਣਾ, ਸੱਸ ਸਹੁਰੇ ਨੇ ਵੀ ਬੜਾ ਪਿਆਰ ਦੇਣਾ। ਉਹਨੂੰ ਕੀ ਆਪਾਂ ਉਹਨੂੰ ਵਿਖਾ ਦਿੰਦੇ ਹਾਂ ਕਿ ਇੰਨੀ ਪ੍ਰਕਾਰ ਦੇ ਤੈਨੂੰ ਉੱਥੇ ਸੁੱਖ ਸਹੂਲਤਾਂ ਮਿਲਣੀਆਂ ਨੇ। ਜਾਂ ਆਪਣੀ ਧੀ ਨੂੰ ਉਹ ਗੀਤਾਂ ਤੇ ਗਹਿਣਿਆਂ ਤੇ ਸੂਟਾਂ ਦੇ ਵਿੱਚ ਉਹਦਾ ਮਨ ਉਧਰ ਨੂੰ ਖੋਭ ਦਿੰਦੇ ਆ ਕਿ ਉਹਨੂੰ ਜੀਵਨ ਦੀ ਸੱਚਾਈ ਦਾ ਪਤਾ ਹੀ ਨਹੀਂ ਰਹਿਣ ਦਿੰਦੇ, ਧਿਆਨ ਹੀ ਨਹੀਂ ਆਉਂਦਾ ਕਿ ਜੀਵਨ ਦੀ ਸੱਚਾਈ ਕੀ ਹੈ। ਆਪਣੀ ਵਿਆਹੁਣ ਵਾਲੀ ਧੀ ਨੂੰ ਜਾਂ ਨਵ ਵਿਆਹੀਆਂ ਧੀਆਂ ਨੂੰ, ਭੈਣਾਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਕੁੜੀਏ, ਜਿਸ ਘਰ 'ਚ ਤੂੰ ਜਨਮ ਲਿਆ ਇਸ ਘਰ ਦੇ ਵਿੱਚ ਵੀ ਬੜੇ ਲੜਾਈ ਝਗੜੇ ਹੋਏ ਨੇ ਤੇ ਜਿੱਥੇ ਤੂੰ ਜਾਣਾ ਉੱਥੇ ਵੀ ਹੋਣੇ ਨੇ। ਪਤੀ ਪਤਨੀ ਦੇ ਵੀ ਝਗੜੇ ਹੋਣੇ ਨੇ, ਨਨਾਣ ਸੱਸ ਨੇ ਵੀ ਈਰਖਾ ਕਰਨੀ ਹੈ। ਸਾਰੀਆਂ ਨਹੀਂ ਕਰਦੀਆਂ ਵੈਸੇ, ਬੜੀਆਂ ਚੰਗੀਆਂ ਵੀ ਹੁੰਦੀਆਂ ਨੇ, ਪਰ ਉਹਦੀ ਵੀ ਪੂਰੀ ਸੰਭਾਵਨਾ ਹੈ। ਲੋੜ ਅਨੁਸਾਰ ਤੇਰੇ ਪਤੀ ਨੇ ਤੈਨੂੰ ਕੁੱਟਣਾ ਵੀ ਹੈ ਤੇ ਤੇਰੇ ਪਤੀ ਨੇ ਤੇਰੇ ਗੋਡੇ ਮੁੱਢ ਨਹੀਂ ਬੈਠੇ ਰਹਿਣਾ, ਉਹਨੇ ਬਾਹਰ ਕੰਮਾਂ ਤੇ ਵੀ ਚਲੇ ਜਾਣਾ, ਤੈਨੂੰ ਘਰ ਕੱਲਿਆਂ ਵੀ ਰਹਿਣਾ ਪੈਣਾ, ਰੋਣਾ ਵੀ ਪੈਣਾ। ਇਹ ਵੀ ਦੱਸਣ ਦੀ ਲੋੜ ਏ ਕਿ ਤੈਨੂੰ ਸਹੁਰਿਆਂ ਨੇ ਘਰ ਮਾਪਿਆਂ ਨਾਲ ਵੀ ਫੋਨ ਤੇ ਗੱਲ ਨਹੀਂ ਕਰਨ ਦੇਣੀ। ਉਹਨਾਂ ਆਖਣਾ ਪਤਾ ਨਹੀਂ ਤੂੰ ਕਿਹੜੇ ਯਾਰ ਨਾਲ ਗੱਲ ਕਰਦੀ ਹੈ। ਇਹ ਕੁਝ ਵੀ ਹੋ ਸਕਦਾ ਹੈ ਤੇ ਸੱਸ ਦੇ ਤੇ ਨਨਾਣ ਦੇ ਤਾਨੇ ਮਿਹਣੇ ਵੀ ਜਰਨੇ ਪੈ ਸਕਦੇ ਨੇ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੋਇਆ ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀ ਹੈ। ਮੁੜ ਕੇ ਪਛਤਾਵਾ ਰਹਿ ਜਾਣਾ ਕਿ ਮੈਂ ਹੁਣ ਕੁਆਰੀ ਕੁੜੀ ਕਿਵੇਂ ਬਣ ਜਾਵਾਂ, ਮੈਂ ਤੇ ਵਿਆਹੀ ਗਈ, ਪੇਕੇ ਹੀ ਨਹੀਂ ਅਗਲਿਆਂ ਨੇ ਜਾਣ ਦੇਣਾ, ਉੱਥੇ ਹੀ ਇਕੱਲੀ ਬੈਠ ਕੇ ਰੋਣਾ ਪੈਣਾ, ਨਾ ਸਹੇਲੀਆਂ ਨੂੰ ਮਿਲਣ ਦੇਣਾ, ਨਾ ਮਾਵਾਂ ਭੈਣਾਂ ਨੂੰ ਮਿਲਣ ਦੇਣਾ ਕਿਸੇ ਨੇ। ਇਹ ਵੀ ਹੋ ਸਕਦਾ। ਇਹ ਠੀਕ ਹੈ, ਭਾਵੇਂ ਅੱਜ ਯੁੱਗ ਬਦਲ ਗਿਆ, ਫਿਰ ਵੀ ਬੜੀਆਂ ਸੁੱਖ ਸਹੂਲਤਾਂ ਨੇ। ਕਦੀ ਤੇ ਯੁੱਗ ਇਹ ਹੁੰਦਾ ਸੀ ਕਿ ਕਿਤੇ ਨਾਈ ਸਾਕ ਕਰ ਆਇਆ, ਕਿਸੇ ਸੰਤ ਜੀ ਨੇ ਕਰਤਾ, ਕਿਸੇ ਪੰਡਤ ਜੀ ਨੇ ਕਰਤਾ, ਤੇ ਬਸ ਜਿੱਥੇ ਵਿਆਹ ਤੀ ਸੋ ਵਿਆਹ ਤੀ, ਨਾ ਉਹ ਕੁੜੀ ਦਾ ਸਾਨੂੰ ਪਤਾ ਤੇ ਨਾ ਸਾਨੂੰ ਕੁੜੀ ਦਾ ਪਤਾ, ਬੈਠੀ ਉੱਥੇ ਰੋਈ ਜਾਵੇ, ਸਹੁਰਿਆਂ ਨੇ ਪੇਕੇ ਜਾਣ ਹੀ ਨਹੀਂ ਦੇਣਾ। ਇਹ ਇਹੋ ਜਿਹੀਆਂ ਜਿਹੜੀਆਂ ਜੀਵਨ ਦੀਆਂ ਸੱਚਾਈਆਂ ਨੇ, ਇਹ ਆਪਣੀ ਧੀ ਨੂੰ ਸਾਨੂੰ ਸਮਝਾਉਣ ਦੀ ਲੋੜ ਹੈ ਤੇ ਸਾਨੂੰ ਵੀ ਸਮਝਣ ਦੀ ਲੋੜ ਹੈ। ਰਿਸ਼ਤਾ ਕਰਨ ਤੋਂ ਪਹਿਲਾਂ ਉਹ ਧੀ ਦਾ ਰਿਸ਼ਤਾ ਕਰਨਾ, ਦਾਜ ਬਣਾਓ, ਦਾਜ ਬਣਾਓ, ਇੰਨੇ ਲੱਖ ਬਣਾਓ, ਏਡੀ ਕਾਰ ਲਿਆਓ। ਭਾਈ ਉਹ ਸਾਰਾ ਕੁਝ ਆਪਣੇ ਥਾਂ ਹੈ, ਅੱਗੋਂ ਉਹਨੂੰ ਪਤੀ ਤੇ ਸਹੁਰੇ ਵੀ ਤੇ ਚੰਗੇ ਚਾਹੀਦੇ ਨੇ। ਉਹ ਤੇ ਨਹੀਂ ਪਰਖੇ ਕਿਸੇ ਨੇ, ਉਹ ਵੇਖ ਲਿਆ ਉਹਦੇ ਕੋਲ ਇੰਨੇ ਕਿੱਲੇ ਜ਼ਮੀਨ ਹੈ, ਉਹਦੀ ਫੈਕਟਰੀ ਚੱਲਦੀ ਹੈ, ਉਹਦੀ ਕਾਰ ਬੜੀ ਵਧੀਆ, ਪਰ ਇਹ ਨਹੀਂ ਵੇਖਿਆ ਕਿ ਉਹਦਾ ਸੱਸ ਸਹੁਰਾ ਜਿਹੜਾ ਉਹਨਾਂ ਦੀ ਆਪਸ 'ਚ ਕਿੰਨੀ ਕੁ ਬਣਦੀ ਹੈ। ਤੇ ਜਿਸ ਮੁੰਡੇ ਨੂੰ ਕੁੜੀ ਵਿਆਹੁਣ ਲੱਗਿਆ, ਮੁੰਡਾ ਨਸ਼ਈ ਤਾਂ ਨਹੀਂ, ਮੁੰਡੇ ਨੇ 4 ਗੋਰੀਆਂ ਤਾਂ ਨਹੀਂ ਰੱਖੀਆਂ, ਮੇਰੀ ਧੀ ਨੂੰ ਮੈਂ ਅਮਰੀਕਾ ਵਿਆਹੁਣਾ, ਮੈਂ ਤੇ ਬੜੇ ਡਾਲਰ ਰੁੱਖਾਂ ਨਾਲੋਂ ਡਿੱਗਦੇ ਨੇ ਉੱਥੇ। ਤੇ ਉਹ ਮੁੰਡਾ ਕੀ ਕਰਦਾ ਉੱਥੇ? ਉਹ ਮੁੰਡਾ ਉੱਥੇ ਟੱਟੀਆਂ ਸਾਫ਼ ਕਰਦਾ। ਇਹ ਨਹੀਂ ਦੱਸਣਾ ਕਿਸੇ ਨੇ, ਇਹ ਹੀ ਹੋਣਾ ਕਿ ਮੁੰਡਾ ਅਮਰੀਕਾ 'ਚ ਹੈ। ਇਹ ਵੀ ਨਹੀਂ ਪਤਾ ਉਹਨੇ ਅਮਰੀਕਾ ਵਾਲਾ ਵੀਜ਼ਾ ਜਿਹੜਾ ਉਹ ਨਕਲੀ ਨਹੀਂ ਬਣਾਇਆ। ਉਹ ਮੁੰਡਾ ਉੱਥੇ ਕੀ ਕਰਦਾ ਤੇ ਮੁੰਡਾ ਉੱਥੇ ਕਿੰਨੀਆਂ ਗੋਰੀਆਂ ਨਾਲ ਰਹਿੰਦਾ, ਇਹ ਦੱਸਿਆ ਕਦੀ ਆਪਣੀ ਧੀ ਨੂੰ? ਉਹ
ਤੈਨੂੰ ਕੁੜੀਏ ਅਮਰੀਕਾ ਵਿਆਹ ਦੇਣਾ, ਬੜਾ ਸੁੱਖ ਮਿਲਣਾ ਉੱਥੇ। ਬੱਲੇ ਬੱਲੇ ਬਈ। ਸੋ ਆਪਣੀ ਧੀ ਨੂੰ ਸੁਖੀ ਰੱਖਣ ਵਾਸਤੇ ਉਹਨੂੰ ਜੀਵਨ ਦੀਆਂ, ਜਿੱਥੇ ਖੁਸ਼ੀਆਂ ਦੇ ਬਾਰੇ ਦੱਸਣਾ, ਉਹਨੂੰ ਦੁੱਖਾਂ ਦੇ ਬਾਰੇ ਵੀ ਪਹਿਲੋਂ ਸਮਝਾਇਆ ਹੋਵੇ ਤੇ ਉਹ ਸੁਚੇਤ ਹੋਵੇ ਤੇ ਉਹਨੂੰ ਦੁੱਖਾਂ ਦੇ ਨਾਲ ਮੁਕਾਬਲਾ ਕਰਨਾ ਸੌਖਾ ਹੋ ਜਾਵੇਗਾ। ਜਦੋਂ ਪਤਾ ਹੋਵੇ ਨਾ ਸਾਡੀ ਕੁੜੀ ਨੂੰ ਕਿ ਉੱਥੇ ਬਾਰਿਸ਼ ਬੜੀ ਹੁੰਦੀ ਹੈ, ਤੇ ਕੁੜੀਏ ਦਾਜ ਤੇ ਇੱਕ ਛਤਰੀ ਵੀ ਨਾਲ ਲੈ ਜਾ, ਜੇ ਧੁੱਪ ਬੜੀ ਲੱਗਦੀ ਹੈ ਤੇ ਆ ਉੱਥੇ ਸਨਸਕ੍ਰੀਨ ਦਾ ਲੋਸ਼ਨ ਵੀ ਲੈ ਜਾ, ਆ ਜਰਾ ਚੰਗੀ ਮੋਟੇ ਕੱਪੜੇ ਵਾਲੀ ਛਤਰੀ ਇਹ ਵੀ ਨਾਲ ਲੈ ਜਾ। ਇਸੇ ਤਰ੍ਹਾਂ ਇਹ ਵੀ ਦੱਸਣ ਦੀ ਲੋੜ ਹੈ ਕਿ ਸੱਸ ਦੀਆਂ ਜੁੱਤੀਆਂ ਤੋਂ ਕਿਵੇਂ ਬਚਣਾ, ਤੇ ਤੇਰੇ ਪਤੀ ਦੀਆਂ ਉਹ ਆਦਤਾਂ ਹੋਣਗੀਆਂ ਜੋ ਤੇਰੇ ਸਹੁਰੇ ਦੀਆਂ ਨੇ। ਆਪਣੀ ਧੀ ਨੂੰ ਵਿਆਹੁਣ ਤੋਂ ਪਹਿਲਾਂ ਆਪਣੇ ਕੁੜਮ ਤੇ ਕੁੜਮਣੀ ਦੋਵਾਂ ਦੀਆਂ ਆਦਤਾਂ ਜਾਣਨ ਦੀ ਲੋੜ ਹੈ। ਆਪਣੀ ਕੁੜਮ ਤੇ ਕੁੜਮਣੀ ਦੋਵਾਂ ਦੀਆਂ ਆਦਤਾਂ ਜਾਣਨ ਦੀ ਲੋੜ ਹੈ ਕਿ ਜੇ ਤਾਂ ਕੁੜਮ ਦੀ ਆਦਤ ਇਹ ਹੈ ਕਿ ਉਹਨੇ ਆਉਂਦਿਆਂ ਹੀ ਘਰ ਵਾਲੀ ਨੂੰ ਗਾਲਾਂ ਕੱਢਣੀਆਂ, ਭੈੜਾ ਬੋਲਣਾ, ਤੇ ਆਉਂਦਿਆਂ ਹੀ ਕੰਮ ਤੋਂ ਉਹਨੇ ਆ ਕੇ ਆਖਣਾ ਕਿ ਮੇਰੇ ਬੂਟ ਵੀ ਤੂੰ ਖੋਲ, ਤੇ ਆਹ ਵੀ ਕੰਮ ਤੂੰ ਕਰ, ਤੇ ਆਹ ਵੀ ਤੂੰ ਕਰ। ਜੇ ਕੁੜਮ ਦੀ ਆਦਤ ਇਹ ਹੈ ਤਾਂ ਸਾਡੇ ਜਵਾਈ ਦੀ ਵੀ ਆਦਤ ਕਾਫੀ ਹੱਦ ਤੱਕ ਉਹ ਹੀ ਹੋਵੇਗੀ ਜੋ ਸਾਡੇ ਕੁੜਮ ਦੀ ਹੈ। ਇਸੇ ਹੀ ਤਰ੍ਹਾਂ ਸਾਡੀ ਕੁੜਮਣੀ ਦੀ ਆਦਤ ਕੀ ਹੈ ਕਿ ਉਹ ਚਲਾਕ ਹੈ ਕਿ ਸਾਊ ਹੈ, ਭੋਲੀ ਹੈ ਕਿ ਅੱਧ ਵਿਚਾਲਾ ਹੈ। ਕਿਉਂਕਿ ਇੱਕ ਬੜੀ ਵਿਸ਼ੇਸ਼ ਚੀਜ਼ ਦੇਖੀ ਗਈ ਹੈ, ਇਹ ਵਿਸ਼ੇਸ਼ ਸੁਭਾਅ ਵੇਖਿਆ ਗਿਆ, ਜਿੰਨੇ ਮਨੁੱਖ, ਇਸਤਰੀ ਜਾਂ ਪੁਰਸ਼, ਉਹ ਚਲਾਕ ਹੁੰਦੇ ਨੇ, ਉਹ ਗੱਲ ਨੂੰ ਬੜੀ ਛੇਤੀ ਘੁਮਾਉਂਦੇ ਨੇ। ਚਲਾਕੀ ਦਾ ਇੱਥੋਂ ਹੀ ਪਤਾ ਲੱਗ ਜਾਏਗਾ, ਝਾਟੀ ਗੱਲ ਨੂੰ, ਨਹੀਂ ਇਸ ਤਰ੍ਹਾਂ ਸੀ, ਉਹ ਇਸ ਤਰ੍ਹਾਂ ਹੋ ਗਿਆ ਸੀ, ਉਹ ਤੇ ਤੇਰੇ ਕਰਕੇ ਸੀ। ਜਿੰਨੇ ਲੋਕ ਗੱਲ ਨੂੰ ਬੜੀ ਛੇਤੀ ਘੁਮਾਉਂਦੇ ਨੇ ਉਹ ਮੂੰਹ ਦੇ ਬੜੇ ਮਿੱਠੇ ਹੁੰਦੇ ਨੇ, ਅੰਦਰੋਂ ਕਈ ਵਾਰੀ ਚੰਗੇ ਵੀ ਹੁੰਦੇ ਨੇ, ਪਰ ਕਈ ਵਾਰੀ ਅੰਦਰੋਂ ਪੂਰੇ ਹੀ ਖੋਟੇ ਹੁੰਦੇ ਨੇ। ਜਿੰਨੇ ਮਿੱਠੇ ਹੁੰਦੇ ਨੇ ਅੰਦਰੋਂ ਉਨੇ ਹੀ ਜ਼ਹਿਰ ਵਰਗੇ ਹੁੰਦੇ ਨੇ। ਅਤੇ ਜਿੰਨੇ ਚਲਾਕ ਲੋਕ ਨੇ ਉਹ ਬਹੁਤ ਬੁੱਧੀਮਾਨ ਹੁੰਦੇ ਨੇ, ਕਿਉਂਕਿ ਚਲਾਕ ਹੀ ਬੁੱਧੀਮਾਨ ਹੋ ਸਕਦਾ ਨਾ, ਭੋਲੇ ਨੇ ਕੀ ਬੁੱਧੀਮਾਨ ਹੋਣਾ। ਫਿਰ ਉਹ ਆਪਣੀ ਬੁੱਧੀ ਦਾ ਪਤਾ ਫਾਇਦਾ ਕਿੱਥੇ ਉਠਾਉਂਦੇ ਨੇ, ਉਹ ਆਪਣੀ ਬੁੱਧੀ ਦਾ ਫਾਇਦਾ ਫਿਰ ਹੋਰ ਕਿਤੇ ਚੱਲੇ ਜਾਂ ਨਾ ਚੱਲੇ, ਉਹਨਾਂ ਨੇ ਚੁਗਲੀ ਕਰਨੀ ਹੁੰਦੀ ਹੈ। ਇੱਧਰ ਲਾਈ ਬੁਝਾਈ, ਉਹਨੂੰ ਉਹਦੇ ਨਾਲ ਲੜਾਤਾ, ਉਹਨੂੰ ਉਹਦੇ ਨਾਲ ਲੜਾਤਾ, ਝੂਠੇ ਦੋਸ਼ ਆਪਣੀ ਨੂੰਹ ਤੇ ਘੜ ਕੇ ਲਾ ਕੇ ਤੇ ਪਤੀ ਪਤਨੀ ਨੂੰ ਲੜਾ ਦੇਣਾ। ਇਹੋ ਜਿਹੇ ਕੰਮ ਵੀ ਉਹ ਕਰ ਸਕਦੀ ਹੈ ਤੁਹਾਡੀ ਕੁੜਮਣੀ, ਜੇ ਉਹ ਪੂਰੀ ਚਲਾ ਕੇ ਤਾਂ ਕਰ ਸਕਦੀ। ਆਖਿਆ ਮੈਂ, ਇਹ ਨਹੀਂ ਆਖਿਆ ਜ਼ਰੂਰ ਕਰੇਗੀ। ਫਿਰ ਜਿਹੜੇ ਚਲਾਕ ਨੇ ਉਹ ਇਹੋ ਜਿਹੀਆਂ ਗੱਲਾਂ ਬਣਾ ਦਿੰਦੇ ਨੇ ਕਿ ਜਿਹੜੀਆਂ ਆਪਾਂ ਸੋਚ ਹੀ ਨਹੀਂ ਸਕਦੇ। ਇੱਕ ਫਿਲਮ ਹੈ ਬੀਵੀ ਹੋ ਤੋ ਐਸੀ, ਉਹ ਵੇਖਣ ਵਾਲੀ ਹੈ। ਉਹਦੇ ਵਿੱਚ ਕਿਸ ਤਰ੍ਹਾਂ ਦਾ ਉਹ ਵਿਖਾਉਂਦੇ ਨੇ ਕਿ ਸੱਸ ਨੂੰਹ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ, ਤੇ ਆਪਣੇ ਘਰ ਵਾਲੇ ਨਾਲ ਵੀ, ਯਾਨੀ ਕੁੜਮਣੀ ਆਪਣੇ ਪਤੀ ਨਾਲ, ਯਾਨੀ ਸਾਡੀ ਕੁੜਮਣੀ ਸਾਡੇ ਕੁੜਮ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ, ਉਹ ਵੀ ਉਹਦੇ ਚੋਂ ਪਤਾ ਲੱਗਦਾ ਹੈ। ਤੇ ਉਹ ਕੁੜਮ ਜਿਹੜਾ ਨਾ, ਉਹ ਵਿਚਾਰਾ ਭਿੱਜੀ ਬਿੱਲੀ ਵਾਂਗੂ ਬੈਠਾ ਉੱਥੇ ਨੁਕਰੇ ਲੱਗ ਕੇ, ਉਹ ਹਾਂਜੀ ਹਾਂਜੀ ਕਰਕੇ ਆਂਦਾ ਰਹਿੰਦਾ, ਤੇ ਉਹ ਆਪਣੇ ਦਿਨ ਪੂਰੇ ਕਰਦਾ। ਕਿਉਂ? ਕਿਉਂਕਿ ਇੱਕ ਤਾਂ ਉਹਦੇ ਪਤਨੀ ਜਿਹੜੀ ਸੀ ਉਹ ਬੜੀ ਮੂੰਹ ਜ਼ੋਰ ਸੀ, ਬੜੀ ਚਲਾਕ ਸੀ। ਦੂਸਰਾ, ਉਹ ਪਤਨੀ ਜਿਹੜੀ ਸੀ ਉਹ ਪਤਨੀ ਸੀ ਬੜੇ ਵੱਡੇ ਧਨਾੜ ਦੀ ਧੀ, ਤੇ ਇਹ ਗਰੀਬ ਮੁੰਡਾ ਉਹਦੇ ਨਾਲ ਵਿਆਹਿਆ ਗਿਆ। ਸ਼ਾਇਦ ਪ੍ਰੇਮ ਵਿਆਹ ਹੋਇਆ ਜਾਂ ਕਿਸੇ ਕਾਰਨ ਵੀ ਵਿਆਹਿਆ ਗਿਆ। ਹੁਣ ਉਹਦੇ ਅੱਗੇ ਕੁਸਕ ਨਹੀਂ ਸੀ ਸਕਦਾ, ਜੋ ਜੀ ਕਰਦਾ ਸੀ ਉਹ ਆਪਣੀ ਜੁੱਤੀ ਥੱਲੇ ਰੱਖ ਕੇ ਚਲਾਉਂਦੀ ਸੀ ਘਰ ਵਾਲੇ ਨੂੰ, ਤੇ ਪੂਰੀ ਬੁਰੀ ਕਰਦੀ ਸੀ ਉਹਦੇ ਨਾਲ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈ ਤਾਂ ਕਿ ਸਾਡੀ ਧੀ ਸੁਖੀ ਰਵੇ। ਬਹੁਤ ਘੱਟ ਮੁੰਡੇ ਇਹੋ ਜਿਹੇ ਹੁੰਦੇ ਨੇ
ਜਿਹੜੇ ਆਪਣੇ ਮਾਤਾ ਪਿਤਾ ਦੀ ਗੱਲ ਨੂੰ ਪਕੜ ਕੇ ਕਿ ਮੇਰੇ ਮਾਤਾ ਪਿਤਾ ਮੇਰੀ ਪਤਨੀ ਤੇ ਗਲਤ ਦੋਸ਼ ਲਾ ਰਹੇ ਨੇ ਤੇ ਉਹਨਾਂ ਦੇ ਅੱਗੇ ਖੜੇ ਹੋ ਸਕਣ। ਮਾਤਾ ਪਿਤਾ ਦਾ ਤਿਰਸਕਾਰ ਨਹੀਂ ਕਰਨਾ, ਪੂਰਨ ਸਤਿਕਾਰ ਕਰਨਾ, ਪਰ ਮਾਤਾ ਪਿਤਾ ਦੇ ਆਖੇ ਲੱਗ ਕੇ ਆਪਣੇ ਮਾਤਾ ਪਿਤਾ ਦੀਆਂ ਚਾਲਾਂ ਵਿੱਚ ਆ ਕੇ ਆਪਣੀ ਪਤਨੀ ਨੂੰ ਵੀ ਤੰਗ ਨਹੀਂ ਕਰਨਾ, ਪਤਨੀ ਤੇ ਅਤਿਆਚਾਰ ਨਹੀਂ ਕਰਨੇ। ਇਹੋ ਜਿਹੇ ਮਾਤਾ ਪਿਤਾ ਦੇ ਆਖੇ ਨਾ ਲੱਗ ਕੇ ਆਪਣੀ ਪਤਨੀ ਨੂੰ ਸਹਾਇਤਾ ਕਰਨ ਵਾਸਤੇ ਪਤਨੀ ਦੇ ਹੱਕ ਵਿੱਚ ਬੋਲਣ ਵਾਲੇ ਬਹੁਤ ਘੱਟ ਮੁੰਡੇ ਲੱਭਣਗੇ। ਤੇ ਮੁੜ ਕੇ ਹੁੰਦਾ ਕੀ ਹੈ, ਜਦੋਂ ਉੱਥੇ ਬੇਸਵਾਦੀ ਹੁੰਦੀ ਹੈ, ਇਹ ਕੁੜੀ ਜਿਹੜੀ ਹੈ ਨਾ, ਨੂੰਹ ਸਾਡੀ, ਇਹ ਆਪਣੀ ਮਾਂ ਦੇ ਆਖੇ ਲੱਗਦੀ ਹੈ। ਬਈ ਤੂੰ ਵੀ ਤੇ ਆਪਣੀ ਮਾਂ ਦੇ ਹੀ ਆਖੇ ਲੱਗਦਾ ਪਿਆ ਨਾ, ਤੂੰ ਕਿਹਦੇ ਆਖੇ ਲੱਗਦਾ? ਕਿਉਂਕਿ ਪੁੱਤਰ ਇਹ ਮੰਨ ਹੀ ਨਹੀਂ ਸਕਦਾ ਕਿ ਮੇਰੀ ਮਾਂ ਵੀ ਝੂਠ ਬੋਲ ਸਕਦੀ ਹੈ, ਤੇ ਮੇਰੀ ਮਾਂ ਨੇ ਤੇ ਇਹਨੇ ਚਾਅ ਨਾਲ ਵਿਆਹ ਕੀਤਾ, ਮੇਰਾ ਤੇ ਉਹ ਮੇਰੀ ਘਰਵਾਲੀ ਤੇ ਝੂਠੇ ਦੋਸ਼ ਲਾ ਕੇ ਇਹਨੂੰ ਕੱਢਣ ਦਾ ਤਰੀਕਾ ਬਣਾਏਗੀ। ਪੁੱਤਰ ਇਹ ਨਹੀਂ ਮੰਨ ਸਕਦਾ ਕਿ ਮੇਰੀ ਭੈਣ ਨੇ ਘੋੜੀਆਂ ਗਾਈਆਂ ਤੇ ਜਾਂ ਮੇਰੀ ਮਾਂ ਨੇ ਇੰਨੇ ਚਾਅ ਮਨਾਏ ਤੇ ਉਹ ਹੁਣ ਮੇਰੀ ਪਤਨੀ ਨਾਲ ਈਰਖਾ ਕਰਦੀਆਂ ਨੇ ਕਿਉਂਕਿ ਮੈਂ ਰੋਟੀ ਉਹ ਆਪਣੇ ਘਰਵਾਲੀ ਦੇ ਕੋਲੋਂ ਖਾਣ ਲੱਗ ਪਿਆ। ਇਹ ਸੋਚ ਹੀ ਨਹੀਂ ਸਕਦਾ ਪੁੱਤਰ। ਇਹ ਸੁਚਾਉਣ ਦੀ ਲੋੜ ਹੈ ਤੇ ਆਪਣੀ ਧੀ ਨੂੰ ਵੀ ਸਮਝਾਉਣ ਦੀ ਲੋੜ ਹੈ। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀਐ। ਫੇਰ ਵਿਆਹ ਹੋਣ ਤੋਂ ਬਾਅਦ ਕੀ ਹੁੰਦਾ, ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਕਿ ਸਾਨੂੰ ਤਾਂ ਮੁੰਡਾ ਚਾਹੀਦਾ ਤੇ ਫਟਾਫਟ ਮੁੰਡਾ ਬਣਾ ਕੇ ਦੇ ਦਿਓ। ਤੁਸੀਂ ਪਤੀ ਪਤਨੀ ਭਾਵੇਂ ਇਕੱਠੇ ਰਹੋ ਜਾਂ ਨਾ ਰਹੋ, ਸਾਨੂੰ ਮੁੰਡਾ ਬਣਾ ਕੇ ਦੇ ਦਿਓ, ਦਾਦਾ ਦਾਦੀ ਬਣ ਜਾਈਏ, ਬਸ ਸਾਨੂੰ ਤੇ ਬੱਚਾ ਚਾਹੀਦਾ ਜੀ ਫਟਾਫਟ। ਹੋਰ ਕੁਝ ਨਹੀਂ ਤੇ ਗੁਆਂਢਣਾ ਹੀ ਨਹੀਂ ਟਿਕਣ ਦਿੰਦੀਆਂ। ਸੋ ਇਹ ਇਹੋ ਜਿਹੀਆਂ ਜੀਵਨ ਦੀਆਂ ਸਮੱਸਿਆਵਾਂ ਆਉਣੀਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਧੀਆਂ ਨੂੰ ਦੱਸਣ ਦੀ ਲੋੜ ਏ। ਜਿਹੜੀਆਂ ਕੁੜੀਆਂ ਚਾਅ 'ਚ ਉਹ ਵਿਆਹ ਹੋਣਾ, ਮੇਰੀ ਮਾਂ ਨੇ ਇੰਨੇ ਸੂਟ ਦਿੱਤੇ, ਸਹੁਰਿਆਂ ਨੇ ਇੰਨੇ ਗਹਿਣੇ ਭੇਜ ਦਿੱਤੇ, ਵਿਆਹ ਤੋਂ ਪਹਿਲਾਂ ਹੀ ਉਹਨਾਂ ਨੂੰ ਆਹ ਵੀ ਦੱਸਣ ਦੀ ਲੋੜ ਏ ਕਿ ਨੇੜੇ ਉਹ ਜਿਹੜੇ ਲਾਲ ਰੰਗ ਦੇ ਸੂਟ ਤੇ ਉਹ ਸੋਨੇ ਦੇ ਗਹਿਣੇ ਨੇ, ਉਹ ਹੀ ਨਹੀਂ, ਫੁੱਲਾਂ ਦੀ ਸੇਜ ਨਹੀਂ ਨਿਰੀ, ਨਾਲ ਕੰਡਿਆਂ ਦਾ ਤਾਜ ਵੀ ਮਿਲਦਾ। ਦੋਵੇਂ ਚੀਜ਼ਾਂ ਹੀ ਮਿਲਦੀਆਂ ਨੇ। ਤੇ ਸਾਲ 2 ਸਾਲ ਦੇ ਵਿੱਚ ਜਿਹੜਾ ਨਾ ਫਿਰ ਉਹ ਫੁੱਲਾਂ ਦੀ ਸੇਜ ਘਟਦੀ ਜਾਂਦੀ ਹੈ ਤੇ ਕੰਡੇ ਵੱਧਦੇ ਜਾਂਦੇ ਨੇ। ਕਿਉਂ? ਕਿਉਂਕਿ ਬੇਸਵਾਦੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਕੱਠੇ ਰਹਿਣ ਨਾਲ ਜਿਹਨੂੰ ਜਿਹੜੀ ਪਹਿਲੋਂ ਇੱਕ ਦੂਸਰੇ ਦੀ ਬੜੀ ਚਾਹ ਸੀ, ਉਹ ਚਾਹ ਦਿਨੋਂ ਦਿਨ ਘਟ ਗਈ। ਜੀਵਨ ਦੀ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ। ਔਰ ਜਦੋਂ ਵਿਸ਼ੇਸ਼ ਰੂਪ 'ਚ ਜਦੋਂ ਬੱਚੇ ਹੋ ਜਾਣਗੇ, ਆਪਣੀ ਧੀ ਨੂੰ ਇਹ ਸਮਝਾਉਣ ਦੀ ਲੋੜ ਹੈ, ਬੱਚੇ ਹੋ ਜਾਣਗੇ ਤੇ ਤੇਰੇ ਪਤੀ ਨੇ ਆਖਣਾ ਕਿ ਤੂੰ ਮੇਰੇ ਵਾਸਤੇ ਤੇਰੇ ਕੋਲ ਟਾਈਮ ਹੀ ਹੈ ਨਹੀਂ ਗਾ ਹੁਣ। ਇਹੋ ਹੀ ਗੱਲਾਂ ਪਤੀ ਨੂੰ ਪਤਨੀ ਨੇ ਆਖਣੀਆਂ ਨੇ, ਕਿਉਂਕਿ ਉਹਨੇ ਕੰਮ ਤੇ ਜਾਣਾ, ਉਹਨੇ ਸਾਰਾ ਦਿਨ ਟੈਕਸੀ ਚਲਾਉਣੀ ਹੈ, ਕਾਰ ਚਲਾਉਣੀ ਹੈ, ਫੈਕਟਰੀ 'ਚ ਕੰਮ ਕਰਨਾ, ਤੇ ਪਤਨੀ ਨੇ ਆਖਣਾ ਕਿ ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ, ਤੈਨੂੰ ਮੇਰੇ ਲਈ ਵੇਲ ਹੀ ਨਹੀਂ ਗੱਲ ਕਰਨ ਦਾ। ਹੁਣ ਪਤਨੀ ਬੱਚੇ ਸਾਂਭੇ ਕਿ ਪਤੀ ਨੂੰ ਸਮਾਂ ਦੇਵੇ? ਇਸ ਕਰਕੇ ਜਿੰਨਾ ਚਿਰ ਬੱਚੇ ਨਹੀਂ ਹੁੰਦੇ ਪਤੀ ਪਤਨੀ, ਉਨਾ ਚਿਰ ਹੀ ਜੀਵਨ ਦਾ ਆਨੰਦ ਲੈ ਸਕਦੇ ਨੇ। ਉਸ ਤੋਂ ਬਾਅਦ ਮੁਸ਼ਕਿਲਾਂ ਵੱਧ ਜਾਂਦੀਆਂ ਨੇ, ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਵਿਆਹਕ ਜੀਵਨ ਦਾ ਆਨੰਦ ਘਟ ਜਾਂਦਾ, ਕਿਉਂਕਿ ਖਰਚੇ ਵੀ ਵੱਧ ਜਾਂਦੇ ਨੇ, ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਇਸ ਕਰਕੇ ਆਪਣੀਆਂ ਧੀਆਂ ਨੂੰ ਵਿਆਹੁਣ ਤੋਂ ਪਹਿਲਾਂ ਇਹ ਸੋਚ ਕੇ ਚੱਲੋ ਕਿ ਮੈਂ ਆਪਣੀ ਧੀ ਦਾ ਵਿਆਹ ਕਿਉਂ ਕਰਨਾ ਕਿ ਨਹੀਂ ਕਰਨਾ। ਕਿਉਂ ਕਰਨਾ? ਕਿਉਂਕਿ ਮੈਂ ਆਪਣੇ ਘਰ ਮੇਰੀ ਧੀ ਸੁਰੱਖਿਅਤ ਨਹੀਂ, ਡਾਕੂ ਪੈਂਦੇ ਨੇ, ਮੈਂ ਆਪਣੀ ਧੀ ਨੂੰ ਰੋਟੀ ਨਹੀਂ ਖਵਾ ਸਕਦੀ ਤਾਂ ਕਰਨਾ, ਕਿ ਸਮਾਜ ਨੇ ਆਖਣਾ ਕੁੜੀ ਨਹੀਂ ਵਿਆਹੀ, ਕਿ ਮੈਂ ਕੰਨਿਆਦਾਨ ਕਰਨਾ, ਕਿ ਜਾਂ ਮੈਂ ਇਹ ਫਰਜ਼ ਨਿਭਾਉਣਾ ਹੈ ਕਿ ਮੈਂ ਆਪਣੇ ਬੱਚੇ ਦਾ ਵਿਆਹ ਕਰਨਾ ਤੇ ਬੱਚਾ ਅਗਲੇ ਪਰਿਵਾਰ 'ਚ ਜਾ ਕੇ ਵੀ ਸੁਖੀ ਰਵੇ। ਇਹੋ ਜਿਹੀਆਂ ਬੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਵਿਚਾਰ ਕੇ ਚੱਲੋ ਤੇ ਉਹਦੇ ਤੋਂ ਬਾਅਦ ਸਾਡੀ ਧੀ ਸੱਚੀ ਮੁੱਚੀ ਸੁਖੀ ਰਹਿਣੀ ਚਾਹੀਦੀ ਹੈ, ਦੁਖੀ ਨਹੀਂ ਹੋਣੀ ਚਾਹੀਦੀ। ਸੋ ਇਸ ਕਰਕੇ ਮੇਰੀ ਇਸ ਬੇਨਤੀ ਨੂੰ ਆਪਣੀਆਂ ਧੀਆਂ ਨੂੰ ਸਮਝਾਓ,
ਰਿਸ਼ਤੇ ਕਰਨ ਤੋਂ ਪਹਿਲੋਂ ਜਿਹੜੀਆਂ ਗੱਲਾਂ ਮੈਂ ਦੱਸੀਆਂ ਨੇ, ਇਹਨਾਂ ਗੱਲਾਂ ਦਾ ਵੀ ਧਿਆਨ ਕਰੋ ਤੇ ਆਪਣੀ ਧੀ ਨੂੰ ਪਰਪੱਕ ਕਰੋ, ਸਿਆਣੀ ਬਣਾਓ ਕਿ ਬਗਾਨੇ ਘਰ ਜਾਣਾ ਤੇ ਉੱਥੇ ਜਾ ਕੇ ਕਿਵੇਂ ਦੁੱਖ ਦੇ ਵਿੱਚ ਵੀ ਸੁਖੀ ਰਹਿਣਾ ਤੇ ਕਿਵੇਂ ਹਾਲਾਤ ਨੂੰ ਆਪਣੇ ਅਨੁਸਾਰ ਢਾਲਣਾ। ਇਹ ਬਹੁਤ ਜ਼ਰੂਰੀ ਗੱਲ ਹੈ। ਹਾਲਾਤ ਨੂੰ ਕਿਵੇਂ ਆਪਣੇ ਅਨੁਸਾਰ ਢਾਲਣਾ, ਆਪਣੇ ਵੱਸ ਵਿੱਚ ਕਿਵੇਂ ਕਰ ਲੈਣਾ, ਹਾਲਾਤ ਨੂੰ ਠੀਕ ਕਿਵੇਂ ਆਪਣੇ ਮੁਤਾਬਕ ਕਰਨਾ। ਉਹਦੇ ਵਾਸਤੇ ਲੋੜ ਅਨੁਸਾਰ ਚਾਲਾਂ ਵੀ ਚੱਲਣੀਆਂ ਪੈਣਗੀਆਂ। ਸੱਚ ਝੂਠ ਫਰੇਬ ਕਪਟ ਸਭ ਕੁਝ ਕਰਨਾ ਪੈਂਦਾ ਹੈ, ਹਿੰਸਾ ਵੀ ਕਰਨੀ ਪੈਂਦੀ ਹੈ, ਸਭ ਕੁਝ ਕਰਨਾ ਪੈਂਦਾ। ਕੋਈ ਗਲਤ ਗੱਲ ਨਹੀਂ ਇਹ ਚੀਜ਼ਾਂ, ਕਿਉਂਕਿ ਸਾਰੀਆਂ ਚੀਜ਼ਾਂ ਤਾਂ ਜੀਵਨ ਦਾ ਅੰਗ ਨੇ। ਜਿਨ੍ਹਾਂ ਨੂੰ ਮੇਰੀ ਗੱਲ ਨਹੀਂ ਮੰਨਣ ਚਾਹੁੰਦੀ ਅੱਜ ਮਨੁੱਖ ਜਾਤੀ, ਬਾਕੀ ਸਾਰੀਆਂ ਜਾਤੀਆਂ 83,99,999 ਦੇ ਉੱਤੇ ਜਿਹੜਾ ਰਾਜ ਕਰਦੀ ਹੈ, ਛਲ ਕਪਟ ਹਿੰਸਾ ਦੇ ਨਾਲ ਹੀ ਤਾਂ ਅਸੀਂ ਰਾਜ ਕਰਦੇ ਪਏ ਹਾਂ ਨਾ। ਇਹਦੇ ਨਾਲ ਹੀ ਅੱਗੇ ਵਧੇ ਹਾਂ, ਪ੍ਰਗਤੀ ਤਾਂ ਕੀਤੀ ਹੈ। ਤੇ ਇਹਦੇ ਤੋਂ ਬਿਨਾਂ ਨਾ ਵੱਧ ਸਕਦੇ ਨਾ ਪ੍ਰਗਤੀ ਕਰ ਸਕਦੇ। ਇੱਥੋਂ ਤੱਕ ਕਿ ਜਿਉਣਾ ਵੀ ਕਠਿਨ ਹੈ ਨਾ, ਲੋੜ ਅਨੁਸਾਰ ਇਹ ਵੀ ਕਰਨਾ ਪੈਣਾ ਹੈ। ਉੱਥੇ ਜਾ ਕੇ ਨਹੀਂ ਜੀ ਨਿਰਾ ਸੱਸ ਮਾਂ ਜੀ ਤੋਂ ਕੁੱਟ ਖਾਈ ਜਾਓ, ਉਹ ਕੰਮ ਨਹੀਂ ਚੱਲਣਾ। ਮੈਨੂੰ ਇਹੋ ਜਿਹਿਆਂ ਦਾ ਵੀ ਪਤਾ ਹੈ ਜਿਹੜੇ ਸੱਸ ਮਾਤਾ ਜੀ ਸਾਰੀ ਰਾਤ ਆਪਣੀ ਨੂੰਹ ਨੂੰ ਲੱਤੜਨ ਵਾਸਤੇ ਕਿ ਮੇਰੇ ਪੱਟ ਲਤਾੜੀ ਜਾ, ਮੇਰੀਆਂ ਲੱਤਾਂ ਲਤਾੜੀ ਜਾ, ਸਾਰੀ ਰਾਤ ਉਹਨੂੰ ਇਸੇ ਕੰਮ ਹੀ ਲਾ ਛੱਡਣਾ ਹੈ। ਪਤੀ ਕੋ ਵੀ ਨਹੀਂ ਜਾਣ ਦੇਣਾ ਤੇ ਉਹਨੂੰ ਸੌਣ ਨਹੀਂ ਦੇਣਾ। ਮਤਲਬ ਕੀ ਸੀ ਕਿ ਇਹ ਨੂੰਹ ਭੱਜ ਜਾਵੇ ਤੇ ਮੈਂ ਹੋਰ ਨੂੰਹ ਲੈ ਆਵਾਂ। ਸੁਣਦੇ ਹੋ ਚੰਗੀ ਤਰ੍ਹਾਂ? ਮੈਂ ਤਾਂ ਨਾਂ ਲੈ ਕੇ ਵੀ ਦੱਸ ਸਕਦਾ ਕੀ ਕੁਛ ਕਿਹਨੇ ਕੀਤਾ ਹੈ। ਫਿਰ ਆਪਣੀ ਨੂੰਹ ਨੂੰ ਕਮਰੇ 'ਚ ਬੰਦ ਕਰ ਦੇਣਾ ਤੇ ਉਹਨੂੰ ਰੋਟੀ ਨਹੀਂ ਦੇਣੀ ਤੇ ਘਰ ਵਾਲੇ ਨੂੰ ਆਖ ਦੇਣਾ ਨਹੀਂ ਉਹ ਨਾ ਤੇਰੇ ਘਰ ਵਾਲੀ ਅੱਜ ਠੀਕ ਨਹੀਂ ਹੈਗੀ, ਉਹਨੇ ਰੋਟੀ ਨਹੀਂ ਖਾਧੀ। ਏਡੀਆਂ ਕਿਰਪਾਲੂ ਹੁੰਦੀਆਂ ਨੇ ਜਾਂ ਚਿੜੇਲ ਹੁੰਦੀਆਂ ਨੇ ਸੱਸਾਂ। ਕਈ ਵਾਰੀ ਨੂੰਹਾਂ ਤੇ ਵੀ ਬੜੀ ਕਿਰਪਾ ਹੁੰਦੀ ਹੈ, ਕਈ ਵਾਰੀ ਉਹ ਵੀ ਫੱਕੇ ਉਡਾ ਦਿੰਦੀਆਂ ਨੇ। ਪਰ ਕਿਉਂਕਿ ਸੱਸ ਤੇ ਨਨਾਣ ਉਹ ਇੱਕ ਪਹਿਲੋਂ ਹੀ ਸੱਤਾਧਾਰੀ ਹੁੰਦੀਆਂ ਨੇ, ਇਸ ਕਰਕੇ ਉਹ ਆਪਣੀ ਸੱਤਾ ਦਾ ਦੁਰਉਪਯੋਗ ਕਰਨਾ ਉਹਨਾਂ ਨੂੰ ਬੜਾ ਸੌਖਾ ਰਹਿੰਦਾ। ਨੂੰਹ ਨੂੰ ਤਾਂ ਜਾ ਕੇ ਜੇ ਸੱਤਾ ਲੈਣੀ ਹੁੰਦੀ ਹੈ ਨਾ, ਕਿੱਸਾ ਕੁਰਸੀ ਕਾ ਹੀ ਹੈ ਨਾ, ਜਿਵੇਂ ਆਪਣੇ ਚੋਣਾਂ ਵਾਲੇ ਆਗੂ ਨਹੀਂ ਲੜਦੇ। ਗੱਲ ਤੇ ਉਹ ਹੀ ਹੈ, ਸਾਰੀ ਗੱਲ ਉੱਥੇ ਹੀ ਘੁੰਮ ਕੇ ਆਉਂਦੀ ਹੈ ਕਿ ਉੱਥੇ ਸੱਤਾਧਾਰੀ ਕਿਹਨੇ ਬਣਨਾ, ਦੂਜੇ ਨੂੰ ਕੁਛ ਕੁਸਕਣ ਦੇਣਾ ਹੈ ਕਿ ਨਹੀਂ ਕੁਸਕਣ ਦੇਣਾ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖੋ ਤੇ ਇਹਨਾਂ ਗੱਲਾਂ ਦਾ ਆਪਣੀਆਂ ਧੀਆਂ ਨੂੰ ਸਮਝਾਓ ਕਿ ਇਹ ਕਸ਼ਟ ਵੀ ਆ ਸਕਦੇ ਨੇ। ਔਰ ਸਿਰੇ ਦੀ ਅਖੀਰਲੀ ਗੱਲ ਹੈ ਕਿ ਆਪਣੀ ਧੀ ਨੂੰ ਰੋਟੀ ਦੇ ਸਿਰ ਕਰਕੇ ਵਿਆਹੋ। ਬਿਊਟੀਸ਼ਨ ਦਾ ਕੋਰਸ ਕਰਵਾਓ, ਸਿਲਾਈ ਕਢਾਈ ਦਾ ਕਰਵਾਓ, ਹੋਰ ਕਈ ਤਰ੍ਹਾਂ ਦੇ ਕੋਰਸ ਕਰਵਾਓ। ਨਿਰਾ ਨੌਕਰੀ ਦੇ ਸਿਰ ਤੇ ਨਹੀਂ। ਨੌਕਰੀ ਤੇ ਇੰਨੇ ਅਰਬਾਂ ਲੋਕਾਂ ਨੂੰ ਭਾਰਤ ਵਿੱਚ ਕਿੱਥੋਂ ਨੌਕਰੀ ਮਿਲਦੀ ਹੈ ਜਿਹਦੇ ਨਾਲ ਉਹ ਆਪਣੀ ਰੋਟੀ ਆਪੇ ਕਮਾ ਕੇ ਖਾ ਸਕੇ। ਪਤਾ ਨਹੀਂ ਹੁੰਦਾ ਜੀਵਨ ਦੇ ਵਿੱਚ ਕਿਹੋ ਜਿਹਾ ਸਮਾਂ ਆਉਣਾ। 2 ਬੱਚੇ ਹੋ ਗਏ, ਉਦੋਂ ਬਾਅਦ ਤਲਾਕ ਹੋ ਗਿਆ, ਪਤੀ ਚੜ੍ਹਾਈ ਕਰ ਗਿਆ, ਐਕਸੀਡੈਂਟ ਹੋ ਗਿਆ, ਪਤੀ ਬਿਮਾਰ ਹੋ ਗਿਆ, ਕਿ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣਗੀਆਂ ਤੇ ਉਹਨੇ ਰੋਟੀ ਕਿੱਥੋਂ ਖਾਣੀ ਹੈ। ਆਪਣੀ ਬੇਟੀ ਨੂੰ ਬਾਕੀ ਚੀਜ਼ਾਂ ਦੇ ਨਾਲ ਰੋਟੀ ਦੇ ਸਿਰ ਕਰਕੇ ਵਿਆਹੋ। ਐਵੇਂ ਧੱਕਾ ਨਾ ਦਿਓ ਆਪਣੀ ਧੀ ਨੂੰ। ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਨਾਮਧਾਰੀਓ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਉਹਨਾਂ ਨੂੰ ਪੈਸੇ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਮੈਂ ਦੇਵਾਂਗਾ। ਨਾਮਧਾਰੀਆਂ ਦੀ ਧੀ ਪੜ੍ਹਨ ਖਣੋਂ ਨਹੀਂ ਰਹਿਣੀ ਚਾਹੀਦੀ। ਔਰ ਪੜ੍ਹਾਈ ਤੋਂ ਅੱਗੇ ਕੋਰਸ ਵੀ ਕਰਵਾਉਣਾ ਹੋਵੇ ਉਹਦੇ ਪੈਸੇ ਵੀ ਸਤਿਗੁਰੂ ਰਾਮ ਸਿੰਘ ਤੁਹਾਨੂੰ ਭੇਜਣਗੇ। ਤੁਸੀਂ ਦੱਸੋ ਸਹੀ, ਜਿਹਦੇ ਘਰ 'ਚ ਤੰਗੀ ਹੈ ਕੋਈ, ਅਸੀਂ ਪੜ੍ਹਾਵਾਂਗੇ, ਪਰ ਸਾਡੀਆਂ ਧੀਆਂ ਦੁਖੀ ਨਹੀਂ ਹੋਣੀਆਂ ਚਾਹੀਦੀਆਂ। ਇਸ ਕਰਕੇ ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ, ਵੱਤ ਕੁਆਰੀ ਨਾ ਥੀਆਂ। ਮੁੜ ਕੇ ਕੁਆਰੀ ਨਹੀਂ ਬਣਨਾ, ਪੇਕੀ ਨਹੀਂ ਆਇਆ ਜਾਂਦਾ। ਪਰ ਆਪਣੇ ਥਾਂ ਤੇ ਪਹਿਲੋਂ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਕੇ ਸੰਭਲ ਕੇ ਆਪਣੀ ਧੀ ਨੂੰ ਵਿਆਹੋ ਤਾਂ ਕਿ ਉਹ ਸੁਖੀ ਰਵੇ ਤੇ ਅਗਲਾ ਕੁੜਮਾਂ ਦਾ, ਤੁਹਾਡਿਆਂ ਦਾ ਪਰਿਵਾਰ ਉਹ ਵੀ ਸੁਖੀ ਰਵੇ। ਸਾਰੇ ਆਖੋ ਧੰਨ ਸਤਿਗੁਰੂ ਰਾਮ।